ਬਸ ਉਹ ਜਿਹੜੇ ਆਫਿਸ ਆਫ ਦੀ ਸੁਪਰਿੰਟੈਂਡੈਂਟ ਆਫ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਉਹਨਾਂ ਦੇ ਹੈੱਡ ਨੇ ਪੀਟਰ ਰਟਲੇਜ। ਉਹਨਾਂ ਨੇ ਇੱਕ ਪੋਡਕਾਸਟ 'ਤੇ ਗੱਲ ਕਰ ਰਹੇ ਸੀ, ਹਰਲੀ ਬਰਲੀ ਪੋਡਕਾਸਟ ਦਾ ਨਾਮ ਹੈ। ਉਸ ਪੋਡਕਾਸਟ 'ਤੇ ਗੱਲ ਕਰਦੇ ਉਹਨਾਂ ਨੇ ਇਹ ਕਿਹਾ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਮਾਰਕੀਟਸ 'ਚ ਬਹੁਤ ਜ਼ਿਆਦਾ ਤੇਜ਼ੀ ਦੇਖੀ ਗਈ ਹੈ ਰੀਅਲ ਏਸਟੇਟ ਪ੍ਰਾਈਸਿਸ 'ਚ, ਕਹਿੰਦੇ ਉਹਨਾਂ ਦੇ ਵਿੱਚ 20% ਤੱਕ ਦੀ ਗਿਰਾਵਟ ਆ ਸਕਦੀ ਹੈ ਜੇ ਇੰਟਰਸਟ ਰੇਟਸ ਵਧਣੇ ਸ਼ੁਰੂ ਹੋ ਗਏ। ਹੁਣ ਜਿਹੜੀ ਜੇ ਇੰਟਰਸਟ ਰੇਟ ਵਧਣੇ ਸ਼ੁਰੂ ਹੋ ਗਏ, ਇਹ ਨਿੱਤ ਦਿਹਾੜੀ ਆਉਣ ਵਾਲੀ ਇਨਫੋਰਮੇਸ਼ਨ ਦੇ ਆਧਾਰ 'ਤੇ ਉਹਦੀ ਜਿਹੜੀ ਇੱਕ ਪ੍ਰੈਡਿਕਸ਼ਨ ਹੈ ਜਾਂ ਉਹਦੀ ਟਾਈਮ ਲਾਈਨ ਉਹ ਸ਼ਿਫਟ ਹੁੰਦੀ ਰਹਿੰਦੀ ਆ। ਪਰ ਮੈਨੂੰ ਲੱਗਦਾ ਹੁਣ ਸਵਾਲ ਇਹ ਹੈ ਕਿ ਜੇ ਨਹੀਂ ਜਦੋਂ ਵਧਣਗੇ ਤਾਂ ਸਹੀ, ਰਾਈਟ। ਤੇ ਹੁਣ ਅਗਲੀ ਮੀਟਿੰਗ ਬੈਂਕ ਆਫ ਕੈਨੇਡਾ ਦੀ 2 ਮਾਰਚ ਨੂੰ ਹੋਣੀ ਹੈ ਜੀ, ਤੇ ਲਗਭਗ ਤੈਅ ਹੈ ਕਿ ਉਦੋਂ ਇੰਟਰਸਟ ਰੇਟ ਵਧਣਗੇ। ਪਰ ਜਿਹੜੇ ਅੱਜ ਦੇ ਜੌਬ ਨੰਬਰਸ ਨੇ ਕਿਉਂਕਿ ਜਿਹੜਾ ਹੁਣ ਬੈਂਕ ਆਫ ਕੈਨੇਡਾ ਦਾ ਮੈਂਡੇਟ ਆ ਸੀ, ਜਦੋਂ ਬੀਤੇ ਦਿਨੀ ਉਹਦੇ 'ਚ ਅਪਡੇਟ ਹੋਈ ਸੀ ਦਸੰਬਰ ਦੇ ਵਿੱਚ ਰਿਨਿਊ ਹੋਇਆ ਨਾ, ਤਾਂ ਉਹਦੇ ਵਿੱਚ ਇੱਕ ਤੇ ਸੀ ਇਨਫਲੇਸ਼ਨ ਦਾ ਜਿਹੜਾ ਟਾਰਗੇਟ ਸੀ ਉਹ ਸੀਗਾ 1 ਤੋਂ 3% ਦੇ ਵਿੱਚ ਰੱਖੋ। ਮਤਲਬ ਕਿ 3% ਦਾ ਜਿਹੜਾ ਹਾਈ ਫਿਗਰ ਹੈ ਉਹ ਵੀ ਬੈਂਕ ਆਫ ਕੈਨੇਡਾ ਵਾਸਤੇ ਹੁਣ ਗਵਾਰਾ ਰਹੇਗਾ। ਫਿਰ ਨਾਲ ਹੀ ਉਹਦੇ ਵਿੱਚ ਇੱਕ ਗੱਲ ਹੋ ਰਹੀ ਵੀ ਜੋੜ ਦਿੱਤੀ ਗਈ ਕਿ ਤੁਸੀਂ ਇਹ ਵੀ ਨਾਲ ਵੇਖਣਾ ਕਿ ਇੰਪਲੋਇਮੈਂਟ ਲੈਵਲ ਵੀ ਮੈਕਸਿਮਮ ਸਸਟੇਨੇਬਲ ਮੈਕਸਿਮਮ ਸਸਟੇਨੇਬਲ ਇੰਪਲੋਇਮੈਂਟ। ਹੁਣ ਜਨਵਰੀ ਦੇ ਮਹੀਨੇ ਦੇ ਵਿੱਚ 2 ਲੱਖ ਨੌਕਰੀਆਂ ਦੀ ਕਟੌਤੀ ਹੋ ਗਈ, ਤੇ ਪਿਛਲੇ ਕਈ ਮਹੀਨੇ ਤੋਂ ਵੈਸੇ ਜੇ ਦੇਖਿਆ ਜਾਵੇ ਨੌਕਰੀਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਸੀ। ਦਸੰਬਰ ਦੇ ਵਿੱਚ ਅਨਇੰਪਲੋਇਮੈਂਟ ਰੇਟ 5.9% ਤੇ ਆ ਗਿਆ ਸੀ, ਜਿਹੜਾ ਕਿ ਫਰਵਰੀ 2020 ਤੋਂ ਬਾਅਦ ਡਿਊਰਿੰਗ ਦਾ ਪੈਂਡੈਮਿਕ ਬੇਰੁਜ਼ਗਾਰੀ ਦੀ ਸਭ ਤੋਂ ਉਹ ਬਿਹਤਰ ਦਰ ਸੀ, ਐਜ਼ ਇਨ ਕਿ ਜ਼ਿਆਦਾ ਲੋਕ ਉਸ ਵੇਲੇ ਕੰਮਾਂ 'ਤੇ ਲੱਗੇ ਹੋਏ ਸੀ। ਹੁਣ ਜਨਵਰੀ ਨੇ ਆ ਕੇ ਜਿਹੜੀ ਉਹ ਟ੍ਰੈਜੈਕਟਰੀ ਸੀਗੀ ਗਰੋਥ ਵਾਲੀ, ਉਹਦੇ ਵਿੱਚ ਖੜੋਤ ਲੈ ਆਉਂਦੀ। ਤਾਂ ਕੀ ਇਹਦਾ ਅਸਰ ਹੁਣ ਮਾਰਚ 2 ਤਰੀਕ ਨੂੰ ਜਦੋਂ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਣੀ ਇੰਟਰਸਟ ਰੇਟ ਵਾਲੀ, ਉੱਤੇ ਪੈ ਸਕਦਾ ਕਿ ਨਹੀਂ, ਇਹ ਦੇਖਣਾ ਹੋਊ। ਅੱਛਾ, ਜਿਹੜੀ ਵੈਸੇ ਇਹ ਗੱਲ ਕੀਤੀ ਗਈ OSFI ਦੇ ਹੈੱਡ ਵੱਲੋਂ, ਇਹ ਰੀਅਲ ਏਸਟੇਟ ਗਰੁੱਪਸ ਵੱਲੋਂ ਜੋ ਗੱਲ ਕੀਤੀ ਜਾ ਰਹੀ ਹੈ ਉਹ ਤੋਂ ਟੋਟਲੀ ਵੱਖਰੀ ਹੈ। ਇਹ ਪਹਿਲੀ ਵਾਰ ਹੋਇਆ ਕਿ ਗੱਲ ਹੋਈ ਹੋਵੇ ਕਿ ਇਸ ਸਾਲ ਕੀਮਤਾਂ ਘਟਣਗੀਆਂ, ਕਿਉਂਕਿ ਜਿੰਨੀਆਂ ਵੀ ਰੀਅਲ ਏਸਟੇਟ ਐਸੋਸੀਏਸ਼ਨਸ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ, ਜ਼ਰੂਰ ਕਹਿੰਦੇ ਵੀ ਇਸ ਸਾਲ ਕੀਮਤਾਂ ਉਸ ਪੱਧਰ ਤੇ ਨਹੀਂ ਵਧਣਗੀਆਂ ਜਿੱਦਾਂ ਪਹਿਲਾਂ ਵਧਦੀਆਂ ਰਹੀਆਂ ਨੇ, ਰਾਈਟ, ਪਰ ਕੀਮਤਾਂ ਘਟ ਜਾਣਗੀਆਂ ਇਸ ਸਾਲ, ਤੇ ਉਹ ਕਿਸੇ ਰਿਸਪੌਂਸਿਬਲ ਅਥਾਰਟੀ ਵੱਲੋਂ ਕੀਤਾ ਜਾਣਾ, ਤੇ ਉਹ ਵੀ ਬੈਂਕਿੰਗ ਰੈਗੂਲੇਟਰ। ਇਹ ਪਹਿਲੀ ਵਾਰ ਹੋਇਆ ਇਸ ਸਾਲ। ਹਾਂ, ਸੋ ਸੇਲਸ ਘਟਣ ਦੀ ਗੱਲ ਜ਼ਰੂਰ ਹੋਈ ਸੀ, ਪਰ ਕੀਮਤਾਂ ਘਟਣ ਦੀ ਗੱਲ ਕਿਸੇ ਰੀਅਲ ਏਸਟੇਟ ਗਰੁੱਪ ਨੇ ਨਹੀਂ ਕੀਤੀ। ਈਵਨ ਜਿਹੜੀਆਂ ਵੱਖੋ ਵੱਖਰੇ ਕਈ ਬੈਂਕਸ ਵੱਲੋਂ ਵੀ ਰਿਪੋਰਟਸ ਆਈਆਂ ਨੇ, ਉਹਨਾਂ ਨੇ ਵੀ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਵੀ ਕੀਮਤਾਂ 'ਚ ਮਾੜਾ ਮੋਟਾ ਵਾਧਾ ਹੀ ਹੋਏਗਾ। ਜਿਵੇਂ ਫੋਰ ਐਗਜ਼ਾਮਪਲ BC ਰੀਅਲ ਏਸਟੇਟ ਐਸੋਸੀਏਸ਼ਨ ਦਾ ਤਾਂ ਇਹ ਕਹਿਣਾ ਵੀ ਕੁਝ ਏਰੀਆਜ਼ ਦੇ ਵਿੱਚ ਕੀਮਤਾਂ 'ਚ 8.5% ਦਾ ਵਾਧਾ ਹੋ ਜਾਣਾ ਬਾਈ ਦੀ ਐਂਡ ਆਫ ਦਿਸ ਈਅਰ। ਇੱਕ ਗੱਲ ਹੋਰ ਹੈ ਬਸ, ਮੈਂ ਇਹ ਵੀ ਸੋਚਦਾ ਸੀ ਕਿ ਹੁਣ ਜਿਵੇਂ OSFI ਦੇ ਹੈੱਡ ਨੇ ਗੱਲ ਕਹਿ ਦਿੱਤੀ ਕਿ 20% ਤੱਕ ਕੀਮਤਾਂ ਘਟ ਸਕਦੀਆਂ ਨੇ, ਇਹ ਘਟਣਗੀਆਂ ਕਿਹੜੇ ਲੈਵਲ 'ਤੇ ਜਾ ਕੇ? ਅਸੀਂ ਕੱਲ੍ਹ ਖਬਰ ਸਾਂਝੀ ਕੀਤੀ ਸੀ ਕਿ ਇਫ ਵੀ ਕੰਪੇਅਰ ਵਿਦ ਡਿਸੰਬਰ, ਜਨਵਰੀ ਦੇ ਮਹੀਨੇ ਡਿਟੈਚਡ ਘਰਾਂ ਦੀ ਕੀਮਤ 4.5% ਵੱਧ ਗਈ। ਸੋ ਉਹ ਸੀਗਾ ਕਿ ਜੇ 1.5 ਮਿਲੀਅਨ ਵਾਲਾ ਘਰ ਤਕਰੀਬਨ 60 ਤੋਂ 75 ਹਜ਼ਾਰ ਡਾਲਰ ਉਹਦੀ ਕੀਮਤ ਔਨ ਐਵਰੇਜ ਮਹੀਨੇ ਦੇ ਵਿੱਚ ਵੱਧ ਗਈ। ਸੋ ਹੁਣ ਜੇ ਅਜਿਹੇ 2 ਮਹੀਨੇ ਹੋਰ ਨਿਕਲ ਜਾਂਦੇ ਨੇ, ਉਸ ਤੋਂ ਬਾਅਦ ਫਿਰ ਇਹ ਗਿਰਾਵਟ ਦਰਜ ਹੁੰਦੀ ਆ। ਸੋ ਗੱਲ ਉੱਥੇ ਹੈ ਕਿ ਜਿਹੜਾ ਉਹਦਾ ਜਿਹੜਾ ਟੌਪ ਅਮਾਊਂਟ ਹੋਣਾ, ਜਿੱਥੋਂ ਕਰੈਕਸ਼ਨ ਹੋਣੀ ਸ਼ੁਰੂ ਹੋਣੀ, ਉਹ ਕਿੰਨਾ ਹੋਣਾ, ਐਂਡ ਵਾਟ ਵਿਲ ਬੀ ਦੈਟ ਗਰੁੱਪ ਆਫ ਪੀਪਲ ਜਿਹੜੇ ਕਿ ਉਹ ਲਾਸਟ ਵੇਵ ਦੇ ਵਿੱਚ ਫਸਦੇ ਨੇ। ਕਿਉਂਕਿ 2015-16 ਦੇ ਵਿੱਚ BC 'ਚ ਇਹ ਦੇਖਿਆ ਗਿਆ ਸੀ, 2016-17 ਦੇ ਵਿੱਚ ਓਨਟਾਰੀਓ ਦੇ ਵਿੱਚ ਇਸੇ ਤਰ੍ਹਾਂ ਦਾ ਟ੍ਰੈਂਡ ਵੇਖਿਆ ਗਿਆ ਸੀ। ਕੀਮਤਾਂ ਦੇ ਵਿੱਚ ਬਹੁਤ ਵੱਡੀ ਤੇਜ਼ੀ ਆਉਣ ਤੋਂ ਬਾਅਦ ਫਿਰ ਕੀਮਤਾਂ ਘਟਣੀਆਂ ਸ਼ੁਰੂ ਹੋਈਆਂ ਸੀ। ਜਿਨ੍ਹਾਂ ਨੇ ਉਹ ਅਖੀਰਲੇ ਹਫ਼ਤਿਆਂ ਦੇ ਵਿੱਚ ਉਹ ਘਰ ਖਰੀਦੇ ਸੀ, ਅਜਿਹੇ ਹਾਲਾਤ ਵੀ ਬਣ ਗਏ ਸੀ। ਕਰੈਕਸ਼ਨ ਜਦੋਂ ਆਈ, ਜਿਵੇਂ ਹੁਣ ਦਿਨਾਂ ਦੇ ਵਿੱਚ ਹੀ ਕੀਮਤਾਂ ਵੱਧਦੀਆਂ ਜਾ ਰਹੀਆਂ ਨੇ, ਉਦੋਂ ਵੀ ਬੜੀ ਤੇਜ਼ੀ ਨਾਲ ਫਿਰ ਕਰੈਕਟ ਹੋਣੀਆਂ ਸ਼ੁਰੂ ਹੋਈਆਂ। ਕਈ ਲੋਕਾਂ ਨੇ ਜਿਨ੍ਹਾਂ ਨੇ ਕੌਂਟਰੈਕਟ ਕਰ ਲਈ, ਕੰਪਲੀਸ਼ਨ ਹੁੰਦੀ 2 ਮਹੀਨੇ ਬਾਅਦ, ਜਦੋਂ ਕੌਂਟਰੈਕਟ ਕੀਤਾ ਸੀ ਉਦੋਂ ਪ੍ਰਾਈਸ ਕੁਝ ਹੋਰ ਸੀ, 2 ਮਹੀਨੇ ਬਾਅਦ ਕੀਮਤ ਦੇ ਵਿੱਚ $1 ਲੱਖ ਦੀ ਗਿਰਾਵਟ ਆ ਗਈ। ਫਿਰ ਬੰਦਾ ਇਹ 605 ਦੇ ਵਿੱਚ ਸੀਗਾ ਵੀ ਹੁਣ ਕੰਪਲੀਸ਼ਨ ਕਰੀਏ ਜਾਂ ਨਾ ਕਰੀਏ, ਜੇ ਛੱਡ ਦਿਓ ਤਾਂ ਡਿਪੋਜ਼ਿਟ ਜਾਂਦਾ। ਤੇ ਇਹ ਮੁਸ਼ਕਲ ਉਹਨਾਂ ਲੋਕਾਂ ਵਾਸਤੇ ਹੋਰ ਵੀ ਜ਼ਿਆਦਾ ਪ੍ਰੋਨਾਊਂਸਡ ਸੀ ਜਿਨ੍ਹਾਂ ਨੇ ਸਿਰਫ ਤੇ ਸਿਰਫ ਇਨਵੈਸਟਮੈਂਟ ਵਾਸਤੇ ਇਹ ਘਰ ਖਰੀਦੇ ਸੀ ਜੀ। ਤੇ ਹੁਣ ਸਭ ਤੋਂ ਜ਼ਿਆਦਾ ਮੁਸ਼ਕਿਲ ਤਾਂ ਵਿਜੇ ਉਹਨਾਂ ਲੋਕਾਂ ਲਈ ਹੈ ਹੂ ਆਰ ਟਰਾਈਂਗ ਟੂ ਗੈਟ ਇਨਟੂ ਦ ਮਾਰਕੀਟ ਜੀ। ਸੋ ਜਿਨ੍ਹਾਂ ਨੇ ਆਪਣਾ ਪਹਿਲਾ ਘਰ ਖਰੀਦਣਾ ਜੀ, ਬਿਲਕੁਲ, ਤੇ ਜੇ ਕੀਮਤਾਂ ਘਟਦੀਆਂ ਨੇ 10 ਤੋਂ 20%, ਤੇ ਉਹਨਾਂ ਲੋਕਾਂ ਲਈ ਤਾਂ ਬਹੁਤ ਚੰਗੀ ਗੱਲ ਹੋਏਗੀ। ਪਰ ਯੈਸ, ਜਿਹਨਾਂ ਲੋਕਾਂ ਨੇ ਸਿਰਫ ਇਨਵੈਸਟਮੈਂਟ ਪਰਪਸ ਲਈ ਘਰਾਂ ਦੇ ਵਿੱਚ ਇਨਵੈਸਟਮੈਂਟ ਕੀਤੀ ਸੀ ਤੇ ਬਹੁਤ ਮਹਿੰਗੇ ਵਿਆਜ ਦਰ ਜਿਹੜੇ ਉਹਨਾਂ ਨੇ ਸਾਈਨਡ ਔਨ ਫॉर ਇਟ, ਉਹਨਾਂ ਨੂੰ ਦਿੱਕਤ ਹੋ ਸਕਦੀ ਹੈ ਜੀ। ਸੋ ਦੇਖਦੇ ਹਾਂ ਵਾਸੂ ਹੁਣ ਕੀ ਆਉਂਦੇ ਦਿਨਾਂ ਦੇ ਵਿੱਚ, ਆਉਂਦੇ ਹਫ਼ਤਿਆਂ ਦੇ ਵਿੱਚ ਕੀ ਕੁਝ ਹੁੰਦਾ। ਪਰ ਹਾਲ ਦੀ ਘੜੀ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਜਿਹੜੀ ਤੇਜ਼ੀ ਆ ਜਾਂ ਕੀਮਤਾਂ ਦੇ ਵਿੱਚ ਜੋ ਇਸ ਵੇਲੇ ਹਿਸਾਬ ਕਿਤਾਬ ਹੈ, ਉਸੇ ਤਰ੍ਹਾਂ ਬਣਿਆ ਹੋਇਆ। ਇੱਕ ਜਿਹੜੀ ਤੁਸੀਂ ਪੁਆਇੰਟ ਰੇਜ਼ ਕੀਤਾ ਨਾ ਕਿ ਜਿਨ੍ਹਾਂ ਨੇ ਪਹਿਲੀ ਵਾਰ ਘਰ ਖਰੀਦਣਾ, ਉਹਨਾਂ ਵਾਸਤੇ ਬੜੀਆਂ ਮੁਸ਼ਕਲਾਂ ਨੇ। ਹੁਣ ਕਈ ਮਾਹਰਾਂ ਦਾ ਇਹ ਵੀ ਕਹਿਣਾ, ਕਹਿੰਦੇ ਜਿਹੜੀ ਹੁਣ ਰੀਅਲ ਏਸਟੇਟ ਐਕਟੀਵਿਟੀ ਜਿਉਂ-ਜਿਉਂ ਇੰਟਰਸਟ ਰੇਟਸ ਦੇ ਵਿੱਚ ਵਾਧਾ ਹੋਏਗਾ, ਤਿਉਂ-ਤਿਉਂ ਭਾਵੇਂ ਘਰਾਂ ਦੀਆਂ ਵਿਕਰੀਆਂ ਹੋਣਗੀਆਂ ਤੇ ਪ੍ਰਾਈਸਿਸ ਵੀ ਵਧਣਗੀਆਂ, ਪਰ ਜਿਨ੍ਹਾਂ ਲੋਕਾਂ ਨੇ ਇਹ ਉਹੀ ਹੋਣਗੇ ਜਿਹੜੇ ਕਿ ਸੈਕਿੰਡ ਟਾਈਮ, ਥਰਡ ਟਾਈਮ ਜਾਂ ਫੋਰਥ ਟਾਈਮ ਵਾਲੇ ਬਾਇਰਸ ਹੋਣਗੇ।
ਜਿਹੜੇ ਨਵੇਂ ਬਾਇਰਸ ਦੀ ਮਾਰਕੀਟ 'ਚ ਐਂਟਰੀ ਆ ਬੜੀ ਕਰੂਸ਼ੀਅਲ ਆ ਸਾਰੇ ਸਿਸਟਮ ਨੂੰ ਚੱਲਦਾ ਰੱਖਣ ਲਈ। Exactly. ਉਹਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਕੀ ਕੀਤਾ ਜਾਂਦਾ, ਅਗਲੇ ਹਫਤੇ ਹੁਣ ਪ੍ਰੋਵਿੰਸ਼ੀਅਲ ਜਿਹੜੀ ਆਪਣੀ ਲੈਜਿਸਲੇਚਰ ਆ ਉਹਦਾ ਸੈਸ਼ਨ ਸ਼ੁਰੂ ਹੋਣਾ, ਫੈਡਰਲ ਸਰਕਾਰ ਦਾ ਆਲਰੇਡੀ ਸੈਸ਼ਨ ਚੱਲ ਰਿਹਾ। ਆਈ ਥਿੰਕ ਉਹ ਪ੍ਰੋਟੈਸਟ ਕਰਕੇ ਹੁਣ ਸਾਰਾ ਧਿਆਨ ਉਧਰਲੇ ਪਾਸੇ ਨੂੰ ਹੋ ਗਿਆ, ਨਹੀਂ ਤੇ ਇਹ ਸਵਾਲ ਉੱਠਣੇ ਹੁਣ ਜ਼ਰੂਰ ਸ਼ੁਰੂ ਹੋ ਜਾਣੇ ਸੀ। ਹੁਣ ਨੂੰ ਬਜਟ ਦੀਆਂ ਗੱਲਾਂ ਹੋਣੀਆਂ ਹੋਣੀਆਂ ਸੀ। ਇਹ ਹੋਣਾ ਸੀ ਵੀ ਰੀਅਲ ਏਸਟੇਟ ਮਾਰਕੀਟ 'ਚ ਅਫੋਰਡੇਬਿਲਿਟੀ ਵਧਾਉਣ ਲਈ ਫੈਡਰਲ ਸਰਕਾਰ ਕਰ ਕੀ ਰਹੀ ਆ, ਪਰ ਉਹ ਸਾਰਾ ਨੈਰੇਟਿਵ ਇਸ ਵੇਲੇ ਦੂਜੇ ਪਾਸੇ ਚੱਲ ਗਿਆ। ਉਹ ਸਵਾਲ ਵੀ ਕਿਹਨੇ ਉਠਾਉਣਾ ਸੀ? ਆਪੋਜੀਸ਼ਨ ਨੇ। ਆਪੋਜੀਸ਼ਨ ਦਾ ਤਾਂ ਆਪ ਹੀ ਹਾਲ ਜੋ ਹੋਇਆ ਪਿਆ ਕਿ ਉਹਨਾਂ ਨੇ ਲੀਡਰ ਆਪਣੇ ਨੂੰ ਚੱਲਦਾ ਕਰਤਾ। ਗੱਲ ਹਮੇਸ਼ਾ ਹੁੰਦੀ ਹੈ, ਗੱਲ ਆ ਕੇ ਰੁਕ ਜਾਂਦੀ ਸਪਲਾਈ ਤੇ, ਕਿ ਸਪਲਾਈ ਵਧੇਗੀ ਤਾਂ ਕਹਿੰਦੇ ਕੁਝ ਹੋਏਗਾ। ਸੋ ਬੈਂਕ ਇੰਟਰਸਟ ਕਹਿੰਦੇ ਜਿਹੜਾ ਇੰਟਰਸਟ ਰੇਟ ਹੈ ਉਹ ਥੋੜਾ ਵੱਧ ਗਿਆ ਘਟ ਗਿਆ, ਉਹਦੇ ਨਾਲ ਉਨਾ ਫਰਕ ਨਹੀਂ ਪੈਣਾ, ਪਰ ਜੋ ਸਪਲਾਈ ਵਧਣ ਨਾਲ ਕਹਿੰਦੇ ਅਸਲ ਉਹਦਾ ਸੋਲੂਸ਼ਨ ਨਿਕਲ ਸਕੇਗਾ। ਪਰ ਸਪਲਾਈ ਕਿੰਨੀ ਕੁ ਵੱਧ ਜਾਏਗੀ, ਕਿਵੇਂ ਵਧੇਗੀ, ਜਿੰਨੀ ਡਿਮਾਂਡ ਹੈ ਉਸ ਲੈਵਲ ਤੇ ਸਪਲਾਈ ਕਿੱਦਾਂ ਵਧੇਗੀ, ਉਹ ਇੱਕ ਬਹੁਤ ਵੱਡਾ ਸਵਾਲ। ਇੱਕ ਸਰਬਜੀਤ ਸਿੰਘ ਜੀ ਨੇ ਇੰਪੋਰਟੈਂਟ ਪੁਆਇੰਟ ਐਡ ਕੀਤਾ, ਕਹਿੰਦੇ ਜੇ ਕੋਈ ਵਿਅਕਤੀ ਇਸ ਤਰ੍ਹਾਂ ਡੀਲ ਛੱਡਣ ਦੀ ਸੋਚਦਾ ਕਿ ਜੀ ਪ੍ਰਾਈਸ ਘਟ ਗਈ ਹੁਣ ਨਾ ਲਈਏ, ਕੱਲਾ ਡਿਪੋਜ਼ਿਟ ਨਹੀਂ ਜਾਂਦਾ ਲੱਗਣਾ, ਜਿਹੜਾ ਉਹ ਘਾਟਾ ਪੈਣਾ ਸੈਲਰ ਮੁਕੱਦਮਾ ਵੀ ਕਰ ਸਕਦਾ ਬਰੀਚ ਆਫ ਕੰਟਰੈਕਟ ਦਾ। ਸੋ ਇਹ ਸਾਰੀਆਂ ਗੱਲਾਂ ਨੇ, ਦੇਖਦੇ ਆ ਇਹਨਾਂ ਨੂੰ ਕਿਵੇਂ ਟੈਕਲ ਕੀਤਾ ਜਾਂਦਾ। ਪਰ ਹਾਲ ਦੀ ਘੜੀ ਮਾਰਕੀਟ 'ਚ ਤੇਜ਼ੀ ਆ, ਜਿਹਨੇ ਘਰ ਖਰੀਦਣਾ ਉਹਦੇ ਵਾਸਤੇ ਬਹੁਤ ਦੁਸ਼ਵਾਰੀ ਆ। ਤੁਸੀਂ ਸੋਚੋ, ਅੱਛਾ ਇੱਕ ਹੋਰ ਵੀ ਗੱਲ ਆ, ਜਿਹਨਾਂ ਲੋਕਾਂ ਦੀ ਹੁਣ ਮਾਰਗੇਜ ਰੀਨਿਊ ਹੋਣੀ ਹੈ, ਉਹ ਵੀ ਸ਼ੋਭਨ 'ਚ ਪਏ ਹੋਏ ਨੇ। ਕਰੈਕਟ। ਕਿ ਕੀ ਕੀਤਾ ਜਾਏ, ਡੂ ਯੂ ਗੋ ਫਿਕਸਡ অর ਡੂ ਯੂ ਗੋ ਵੇਰੀਏਬਲ, ਤੇ ਨਾਲੇ ਵੇਟ ਕੀਤੀ ਜਾਏ ਕਿ ਪਹਿਲਾਂ ਥੋੜਾ ਜਿਹਾ ਕੰਟਰੈਕਟ ਬ੍ਰੇਕ ਕਰ ਲਿਆ ਜਾਵੇ, ਪੈਨਲਟੀ ਪੇ ਕਰ ਦਿੱਤੀ ਜਾਵੇ। ਦੈਟਸ ਰਾਈਟ, ਯੈਸ, ਕਿ ਇਜ਼ ਇਟ ਵਰਥ ਇਟ। ਸੋ ਉਹ ਵੀ ਪਰਮਿਊਟੇਸ਼ਨ ਕੰਬੀਨੇਸ਼ਨ ਚੱਲ ਰਹੇ ਨੇ ਇਸ ਵੇਲੇ, ਬਹੁਤ ਲੋਕਾਂ ਦੇ ਦਿਮਾਗ। ਦੈਟਸ ਸੋ ਟਰੂ।